ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਨਗਰ ਦਾ ਇੱਕ ਰਾਜਾ ਬਹੁਤ ਅਯਾਸ਼ ਪ੍ਰਸਤ ਹੋ ਗਿਆ। ਉਸਦੇ ਸ਼ੌਂਕ, ਉਸਦੀਆਂ ਇੱਛਾਵਾਂ ਦਿਨ ਬ ਦਿਨ ਵਿਗੜ ਰਹੀਆਂ ਸਨ। ਉਸਦੇ ਨਗਰ ਦੇ ਲੋਕ, ਉਸਦੀ ਆਵਾਮ, ਉਸਦੀ ਪ੍ਰਜਾ ਉਸ ਤੋਂ ਬੇਹੱਦ ਪਰੇਸ਼ਾਨ ਸੀ, ਬੇਹੱਦ ਤੰਗ ਸੀ। ਉਸਦੀ ਇੱਛਾ ਹੁੰਦੀ ਉਸ ਰਾਜੇ ਦੀ, ਉਸ ਅਯਾਸ਼ ਰਾਜੇ ਦੀ, ਕਿ ਇਸ ਨਗਰ ਦਾ ਸਾਰਾ ਹੁਸਨ ਮੇਰੇ ਦਰਬਾਰ ਦੇ ਵਿੱਚ ਹੋਵੇ। ਫਿਰ ਉਸਦੀ ਇੱਛਾ ਇਹ ਹੋਣ ਲੱਗੀ ਕਿ ਸਾਰੀ ਦੁਨੀਆ ਹੁਸਨ ਤੇ ਕਾਬਜ ਹੋ ਜਾਵਾਂ। ਉਸਦੇ ਦਰਬਾਰ ਦੇ ਵਿੱਚ ਬਹੁਤ ਸਾਰੇ ਉਸਨੇ ਕਮਰੇ ਬਣਾਏ ਹੋਏ ਸਨ ਤੇ ਬਹੁਤ ਸਾਰੇ ਉਸਨੇ ਵਿਆਹ ਕਰਵਾਏ ਹੋਏ ਸਨ, ਪਰ ਇਸ ਦੇ ਬਾਵਜੂਦ ਵੀ ਉਸਦੀ ਨੀਅਤ ਹਮੇਸ਼ਾ ਫਿੱਟੀ ਰਹਿੰਦੀ ਸੀ, ਉਸਦੀ ਨੀਅਤ ਹਮੇਸ਼ਾ ਖਰਾਬ ਰਹਿੰਦੀ ਸੀ। ਉਸਦੇ ਲੋਕ ਉਸ ਤੋਂ ਬੇਹੱਦ ਪਰੇਸ਼ਾਨ ਸਨ। ਪਰ ਜਿਹੜਾ ਉਸਦਾ ਵਜ਼ੀਰ ਸੀ, ਸਭ ਤੋਂ ਚੋਟੀ ਦਾ ਵਜ਼ੀਰ, ਉਹ ਬਹੁਤ ਜ਼ਹੀਨ ਸੀ, ਬੜਾ ਦਾਨਿਸ਼ਮੰਦ ਸੀ। ਲੋਕ ਇੱਕ ਗੱਲ ਦਾ ਸ਼ੁਕਰ ਕਰਦੇ ਸਨ ਕਿ ਰਾਜ ਭਾਗ ਨੂੰ ਸੰਭਾਲਤਾ ਰਿਹਾ ਹੈ, ਚਾਹੇ ਉਸਦਾ ਵਜ਼ੀਰ ਹੀ ਸਾਂਭ ਰਿਹਾ ਹੈ। ਲੋਕੀ ਉਸਦੇ ਵਜ਼ੀਰ ਕੋਲੇ ਸਮੇਂ-ਸਮੇਂ ਤੇ ਬੜੀਆਂ ਦਰਖਾਸਤਾਂ ਲੈ ਕੇ ਆਇਆ ਕਰਦੇ ਸਨ, ਆਪਦੀ ਪਰੇਸ਼ਾਨੀ ਦੱਸਿਆ ਕਰਦੇ ਸਨ, ਕਿਉਂਕਿ ਉਸ ਰਾਜੇ ਦੀ ਨੀਅਤ ਕਿਸੇ ਪ੍ਰਤੀ ਵੀ ਖਰਾਬ ਹੋ ਜਾਂਦੀ ਸੀ। ਇਸ ਕਰਕੇ ਉਸਦੀ ਸਾਰੀ ਪ੍ਰਜਾ, ਸਾਰੀ ਆਵਾਮ ਬੇਹੱਦ ਤੰਗ ਪਰੇਸ਼ਾਨ ਰਹਿੰਦੀ ਸੀ। ਇਸੇ ਤਰੀਕੇ ਨਾਲ ਦਿਨ ਗੁਜ਼ਰਦੇ ਗਏ, ਸਾਲ ਗੁਜ਼ਰਦੇ ਗਏ, ਪਰ ਉਸਦੇ ਸ਼ੌਂਕ ਅਤੇ ਉਸਦੀ ਅਯਾਸ਼ੀ ਭੋਰਾ ਘੱਟ ਨਹੀਂ ਹੋਈ। ਇੱਕ ਦਿਨ ਉਸਨੇ ਦਰਬਾਰੇ ਆਮ ਬੁਲਾਇਆ ਹੋਇਆ ਸੀ ਤੇ ਉਸਦੇ ਦਰਬਾਰ ਦੇ ਵਿੱਚ ਉਸਦੇ ਜਿੰਨੇ ਵੀ ਵਜ਼ੀਰ ਸਨ, ਜਿੰਨੇ ਵੀ ਉਸਦੇ ਮੰਤਰੀ ਸਨ, ਉਹ ਆਪਣੇ ਪਰਿਵਾਰਾਂ ਦੇ ਨਾਲ ਆਏ ਹੋਏ ਸਨ। ਤੇ ਉਹ ਜਿਹੜਾ ਉਸਦਾ ਚੋਟੀ ਦਾ ਵਜ਼ੀਰ ਸੀ, ਉਸਦਾ ਨਾਮ ਫਿਰੋਜ਼ ਸੀ, ਤੇ ਫਿਰੋਜ਼ ਵੀ ਆਪਣੇ ਪਰਿਵਾਰ ਸਮੇਤ ਉੱਥੇ ਆਇਆ ਹੋਇਆ ਸੀ। ਤੇ ਉਸ ਮਾੜੀ ਨੀਅਤ ਵਾਲੇ ਰਾਜੇ ਨੇ ਜਦ ਫਿਰੋਜ਼ ਦੀ ਘਰਵਾਲੀ ਨੂੰ ਦੇਖਿਆ, ਉਸਦੀ ਉਸ ਪ੍ਰਤੀ ਨੀਅਤ ਖਰਾਬ ਹੋ ਗਈ। ਉਹਦੇ ਪ੍ਰਤੀ ਮਾੜੇ ਜਿਹੜੇ ਵਿਚਾਰ ਸਨ ਉਸ ਰਾਜੇ ਦੇ, ਉਸ ਮਹਾਰਾਜੇ ਦੇ ਦਿਮਾਗ ਦੇ ਵਿੱਚ ਆਉਣ ਲੱਗੇ। ਪਰ ਉਸਨੇ ਸੋਚਿਆ ਕਿ ਇਹ ਮੇਰਾ ਸਾਰਾ ਰਾਜ ਭਾਗ ਸਾਂਭ ਰਿਹਾ ਹੈ। ਮਾੜੇ ਤੋਂ ਮਾੜੇ ਸਮੇਂ ਦੇ ਵਿੱਚ, ਮੁਸ਼ਕਲ ਤੋਂ ਮੁਸ਼ਕਲ ਦੌਰ ਦੇ ਵਿੱਚ, ਜਿੱਥੇ ਮੇਰਾ ਦਿਮਾਗ ਚੱਲਣਾ ਬੰਦ ਹੋ ਜਾਂਦਾ ਹੈ, ਇਹ ਮੇਰਾ ਵਜ਼ੀਰ ਫਿਰੋਜ਼ ਮੈਨੂੰ ਉਸ ਸਮੇਂ ਚੋਂ ਕੱਢ ਲੈਂਦਾ ਹੈ। ਬਹੁਤ ਵਾਰੀ ਜੰਗਾਂ ਯੁੱਧਾਂ ਦੇ ਵਿੱਚ ਮੈਨੂੰ ਮੂੰਹ ਦੀ ਖਾਣੀ ਪੈ ਸਕਦੀ ਸੀ ਜੇ ਫਿਰੋਜ਼ ਨਾ ਹੁੰਦਾ। ਤਾਂ ਉਸਨੇ ਬਹੁਤ ਸੋਚਿਆ, ਬਹੁਤ ਵਿਚਾਰ ਕੀਤਾ, ਪੂਰੀ ਰਾਤ ਸੌਂ ਨਾ ਸਕਿਆ। ਐਸੀ ਮਾੜੀ ਨੀਅਤ ਵਾਲਾ ਉਹ ਰਾਜਾ। ਫਿਰ ਉਸਨੇ ਉਸਦੇ ਦਿਮਾਗ ਨੇ ਘਾੜਤ ਘੜੀ ਕਿ ਮੈਂ ਫਿਰੋਜ਼ ਨੂੰ ਕਿਸੇ ਦੂਰ ਦੇਸ਼ ਭੇਜ ਦਿੰਦਾ ਹਾਂ। ਉਸਨੇ ਅਗਲੇ ਦਿਨ ਸੁਬਾਹ ਇੱਕ ਖੱਤ ਲਿਖਿਆ, ਝੂਠਾ ਮੂਠਾ ਖੱਤ ਲਿਖਿਆ, ਤੇ ਕਹਿ ਦਿੱਤਾ ਕਿ ਦੂਰ ਦੇਸ਼ ਦਾ ਇੱਕ ਰਾਜਾ ਹੈ, ਉੱਥੇ ਦੇ ਕੇ ਆਉਣਾ ਹੈ, ਤੇ ਮੈਂ ਕਿਸੇ ਸਿਪਾਹੀ ਤੇ ਜਾਂ ਕਿਸੇ ਸੰਤਰੀ ਤੇ ਮੈਂ ਵਿਸ਼ਵਾਸ ਨਹੀਂ ਕਰ ਸਕਦਾ। ਇਸ ਕਰਕੇ ਫਿਰੋਜ਼, ਇਹ ਮੇਰਾ ਖੂਫੀਆ ਖੱਤ ਹੈ, ਇਹ ਤੈਨੂੰ ਖੁਦ ਲੈ ਕੇ ਜਾਣਾ ਪਵੇਗਾ। ਫਿਰੋਜ਼ ਨੇ ਹਿਸਾਬ ਕਿਤਾਬ ਲਾਇਆ ਤਾਂ ਉਸਨੇ ਹਿਸਾਬ ਲਾਇਆ ਕਿ ਘੱਟੋ ਘੱਟ 2-3 ਮਹੀਨੇ ਮੈਂ ਵਾਪਸ ਨਹੀਂ ਆ ਪਾਵਾਂਗਾ, ਕਿਉਂਕਿ ਉਹ ਘੋੜਿਆਂ ਦਾ ਯੁੱਗ ਸੀ। ਉਹ ਆਪਦੇ ਘਰੇ ਗਿਆ, ਜਾ ਕੇ ਬੀਵੀ ਨਾਲ ਗੱਲਬਾਤ ਕੀਤੀ, ਆਪਦੀ ਘਰਵਾਲੀ ਨਾਲ, ਤੇ ਉਤੋਂ ਇਜਾਜ਼ਤ ਲੈ ਕੇ ਉਹ ਆਪਦੇ ਸਫ਼ਰ ਨੂੰ ਰਵਾਨਾ ਹੋ ਗਿਆ। ਤੇ ਉਹ ਮਾੜੀ ਨੀਅਤ ਦੇ ਰਾਜੇ ਤੋਂ ਬਹੁਤਾ ਚਿਰ ਉੱਤੇ ਰੁਕਿਆ ਨਹੀਂ ਗਿਆ। ਉਹ ਸਬਰ ਨਹੀਂ ਕਰ ਸਕਿਆ। ਟਹਿਲਦਾ ਬਾਗਾਂ ਵਿੱਚ ਦੀ ਹੁੰਦਾ ਹੋਇਆ ਉਹ ਫਿਰੋਜ਼ ਦੇ ਘਰ ਚਲਾ ਗਿਆ। ਫਿਰੋਜ਼ ਦੀ ਘਰਵਾਲੀ, ਉਸ ਨੂੰ ਉਮੀਦ ਨਹੀਂ ਸੀ ਕਿ ਰਾਜਾ ਇਸ ਤਰ੍ਹਾਂ ਆ ਜਾਵੇਗਾ ਕਿ ਦਰਵਾਜ਼ਾ ਵੀ ਨਾ ਖੜਖਟਾਵੇ। ਉਸਨੇ ਜਾ ਕੇ ਉਸ ਨੂੰ ਪੁੱਛਿਆ, ਤੁਸੀਂ ਸਾਡੇ ਗਰੀਬਾਂ ਦੇ ਘਰ ਕਿਵੇਂ ਆ ਗਏ? ਤਾਂ ਉਹ ਅਯਾਸ਼ ਰਾਜਾ ਕਹਿਣ ਲੱਗਾ ਕਿ ਫਿਰੋਜ਼ ਸਫ਼ਰ ਤੇ ਗਿਆ ਹੈ ਤੇ ਮੈਂ ਸਿਰਫ ਇਹ ਕਹਿਣ ਆਇਆ ਹਾਂ ਕਿ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਤੁਸੀਂ ਆ ਕੇ ਮੈਨੂੰ ਦੱਸ ਦੇਣਾ ਹੈ, ਕਿਉਂਕਿ ਉਹ ਮੇਰਾ ਖਾਸ ਵਜ਼ੀਰ ਹੈ। ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਉਸਦੇ ਪਰਿਵਾਰ ਨੂੰ ਕਿਸੇ ਕਠਿਨਾਈ ਦਾ, ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪਵੇ। ਗੱਲਾਂ ਦੇ ਵਿੱਚ ਫਿਰੋਜ਼ ਦੀ ਘਰਵਾਲੀ ਸਮਝ ਗਈ ਕਿ ਇਹ ਰਾਜੇ ਦੀ ਨੀਅਤ ਠੀਕ ਨਹੀਂ। ਇਸ ਉਪਰੰਤ ਉਹ ਰਾਜਾ ਫਿਰੋਜ਼ ਦੀ ਘਰਵਾਲੀ ਦੀ ਤਾਰੀਫ ਕਰਨ ਲੱਗ ਪਿਆ ਕਿ ਮੈਂ ਐਸੀ ਖੂਬਸੂਰਤ ਔਰਤ ਇਸ ਦੁਨੀਆ ਤੇ ਨਹੀਂ ਵੇਖੀ, ਪਰਵਤਗਾਰ ਨੇ ਇਸ ਤੋਂ ਖੂਬਸੂਰਤ ਕਦੀ ਕੁਛ ਨਹੀਂ ਬਣਾਇਆ ਹੋਵੇਗਾ। ਤੇ ਹੋਰ ਉਰੇ ਪਰੇ ਦੀਆਂ ਗੱਲਾਂ ਬਾਤਾਂ ਜੋੜ ਕੇ ਉਹ ਆਪਦੇ ਅਸਲੀ ਕੰਮ ਵਾਲੇ ਪਾਸੇ ਆਉਣ ਲੱਗ ਪਿਆ। ਤੇ ਉਹ ਬਹੁਤ ਦਾਨਿਸ਼ਮੰਦ ਵਿਅਕਤੀ ਦੀ ਘਰਵਾਲੀ ਸੀ। ਉਹ ਖੁਦ ਵੀ ਬਹੁਤ ਦਾਨਿਸ਼ਮੰਦ ਸੀ, ਖੁਦ ਵੀ ਬਹੁਤ ਜ਼ਹੀਨ ਸੀ, ਬੜਾ ਦਿਮਾਗ ਸੀ ਉਹਦੇ ਕੋਲੇ। ਉਸਨੇ ਗੱਲਬਾਤ ਵੇਖ ਕੇ ਰਾਜੇ ਨੂੰ ਵਿੱਚੋਂ ਟੋਕ ਕੇ ਕਿਹਾ ਕਿ ਤੁਸੀਂ ਬਹੁਤ ਵੱਡੀ ਪਦਵੀ ਤੇ ਬੈਠੇ ਹੋ, ਬਹੁਤ ਉੱਚੀ ਹਸਤੀ ਦੇ ਮਾਲਕ ਹੋ ਸਕਦੇ ਹੋ, ਪਰ ਤੁਹਾਨੂੰ ਆਪਣੇ ਆਪ ਦੇ ਉੱਤੇ ਦੇਖਣਾ ਪਵੇਗਾ, ਤੁਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਹੋ। ਉਸਨੇ ਗੱਲਾਂ ਬਾਤਾਂ ਦੇ ਜ਼ਰੀਏ ਐਸੀਆਂ ਚਪੇੜਾਂ ਉਸ ਰਾਜੇ ਦੇ ਮੂੰਹ ਤੇ ਮਾਰੀਆਂ ਕਿ ਰਾਜੇ ਦਾ ਇੱਕਦਮ ਰਾਜਿਆਂ ਵਾਲਾ ਰੋਹ ਜਾਗ ਗਿਆ। ਉਸਨੂੰ ਪਤਾ ਲੱਗਿਆ ਕਿ ਮੇਰੀ ਅਸਲੀਅਤ ਕੀ ਹੈ, ਮੈਂ ਕਿੱਥੇ ਕਿਸ ਪਦਵੀ ਨਾਲ ਸੰਬੰਧ ਰੱਖਦਾ ਹਾਂ। ਉਸਨੇ ਕੰਨਾਂ ਨੂੰ ਹੱਥ ਲਾਏ
ਮਾਫੀ ਮੰਗੀ ਤੇ ਉੱਥੋਂ ਤੁਰ ਗਿਆ। ਉਸਨੂੰ ਮਹਿਸੂਸ ਹੋ ਗਿਆ, ਉਸਨੂੰ ਆਪਦੀ ਗਲਤੀ ਦਾ ਪਤਾ ਲੱਗ ਗਿਆ, ਉਸਨੂੰ ਸਮਝ ਆ ਗਈ। ਉਸ ਜ਼ਹੀਨ ਔਰਤ ਨੇ ਉਸਨੂੰ ਇਸ ਚੀਜ਼ ਦਾ ਅਹਿਸਾਸ ਦਿਵਾ ਦਿੱਤਾ ਕਿ ਉਹ ਰਾਜਾ ਹੈ ਤੇ ਰਾਜੇ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ, ਨਾ ਕਿ ਪਰਜਾ ਦੀਆਂ ਲਾਹਨਤਾਂ ਖੱਟਣਾ ਹੁੰਦਾ ਹੈ। ਇੰਨੀ ਗੱਲ ਸੁਣ ਕੇ ਉਹ ਉੱਥੋਂ ਉਸਨੇ ਆਪਦੇ ਜਿਹੜੇ ਨਾਲ ਸੀ ਉਹਨਾਂ ਨੂੰ ਲਿਆ ਤੇ ਆਪਦੇ ਘਰ, ਆਪਦੇ ਮਹਿਲ, ਆਪਦੇ ਦਰਬਾਰ ਵਾਪਸ ਪਰਤ ਗਿਆ। ਤੇ ਉਧਰ ਫਿਰੋਜ਼ ਹਜੇ ਰਸਤੇ ਵਿੱਚ ਹੀ ਜਾ ਰਿਹਾ ਸੀ ਕਿ ਉਸਨੂੰ ਪਤਾ ਲੱਗਿਆ ਕਿ ਮੈਂ ਉਹ ਚਿੱਠੀ ਦਾ ਘਰ ਭੁੱਲ ਆਇਆ ਹਾਂ ਜਿਹੜੀ ਮੈਂ ਲੈ ਕੇ ਜਾਣੀ ਹੈ। ਫਿਰੋਜ਼ ਜਦੋਂ ਵਾਪਸ ਆਉਂਦਾ ਹੈ ਆਪਦੇ ਘਰ ਤੇ ਉਹ ਆ ਕੇ ਦੇਖਦਾ ਹੈ ਕਿ ਰਾਜੇ ਦੇ ਜੋੜੇ ਉੱਥੇ ਰਹਿ ਗਏ, ਰਾਜੇ ਦੀ ਜੁੱਤੀ ਉੱਥੇ ਰਹਿ ਗਈ। ਉਸਨੂੰ ਇਹ ਦੇਖ ਕੇ ਬਹੁਤ ਉਸਨੂੰ ਗੁੱਸਾ ਆਉਂਦਾ ਹੈ। ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ। ਉਹ ਆਪਦੀ ਪਤਨੀ ਤੇ ਸ਼ੱਕ ਕਰ ਲੈਂਦਾ ਹੈ ਤੇ ਉਸਨੂੰ ਬਿਠਾਉਂਦਾ ਹੈ ਨਾਲ ਘੋੜੇ ਦੇ ਉੱਤੇ ਤੇ ਉਸਨੂੰ ਉਹਦੇ ਪੇਕੇ ਜਾ ਕੇ ਉਹਨੂੰ ਛੱਡ ਆਉਂਦਾ ਹੈ। ਉਹ ਥੋੜਾ ਸਮਾਂ ਇੰਤਜ਼ਾਰ ਕਰਦੇ ਨੇ, 2 ਮਹੀਨੇ 4 ਮਹੀਨੇ। ਜਦੋਂ ਬੜਾ ਸਮਾਂ ਨਿਕਲ ਜਾਂਦਾ ਹੈ ਤਾਂ ਉਸਦੇ ਭਰਾ ਆਉਂਦੇ ਨੇ, ਉਹ ਆ ਕੇ ਕਹਿੰਦੇ ਨੇ ਕਿ ਤੁਸੀਂ ਦੱਸੋ, ਜੇ ਸਾਡੀ ਭੈਣ ਦੇ ਨਾਲ ਕੋਈ ਨਾਰਾਜ਼ਗੀ ਹੈ, ਕੋਈ ਗੁੱਸਾ ਹੈ ਤਾਂ ਸਾਨੂੰ ਦੱਸੋ। ਜੇ ਤੁਸੀਂ ਉਸ ਨੂੰ ਵਾਪਸ ਨਹੀਂ ਲੈ ਕੇ ਆਉਂਦੇ ਤਾਂ ਅਸੀਂ ਕਾਜੀ ਦੇ ਕੋਲ ਜਾਵਾਂਗੇ, ਉੱਥੇ ਜਾ ਕੇ ਅਸੀਂ ਤੁਹਾਨੂੰ ਤਲਬ ਕਰਾਵਾਂਗੇ। ਉਹ ਕਹਿੰਦਾ ਕਰ ਦਿਓ। ਉਹਨਾਂ ਨੇ ਫਿਰ 2-4 ਹਫ਼ਤੇ ਇੰਤਜ਼ਾਰ ਕੀਤਾ, ਉਡੀਕ ਕੀਤੀ। ਜਦੋਂ ਨਹੀਂ ਆਇਆ ਤਾਂ ਵਜ਼ੀਰ ਫਿਰੋਜ਼ ਨੂੰ ਉਹਨਾਂ ਨੇ ਕਾਜੀ ਦੇ ਕੋਲੇ ਤਲਬ ਕਰ ਲਿਆ, ਬੁਲਾ ਲਿਆ। ਤੇ ਵਜ਼ੀਰ ਫਿਰੋਜ਼ ਨੇ ਆਪਦੇ ਦਾਨਿਸ਼ਮੰਦ ਦਿਮਾਗ ਦੇ ਜ਼ਰੀਏ ਉੱਥੇ ਰਾਜੇ ਨੂੰ ਵੀ ਬੁਲਾ ਲਿਆ, ਕਿਉਂਕਿ ਉਹਦੇ ਮਨ ਵਿੱਚ ਕੁਝ ਹੋਰ ਚੱਲ ਰਿਹਾ ਸੀ। ਉਹਦੇ ਮਨ ਵਿੱਚ ਤਾਂ ਸ਼ੱਕ ਪਣਪ ਗਿਆ ਸੀ। ਜਦੋਂ ਉਸਨੇ ਬੁਲਾਇਆ ਤਾਂ ਉਸਨੇ ਦਿਮਾਗ ਦੇ ਨਾਲ ਇੱਕ ਗੱਲ ਹੋਰ ਸੋਚ ਲਈ। ਉਸਨੇ ਆਪਦੇ ਸਾਲਿਆਂ ਨੂੰ ਕਿਹਾ ਕਿ ਤੁਸੀਂ ਜਿਹੜੀ ਘਟਨਾ ਹੈ ਉਸਦਾ ਸਿੱਧਾ ਜ਼ਿਕਰ ਨਾ ਕਰਿਓ। ਆਪਣੇ ਪਰਿਵਾਰਾਂ ਦੇ ਮਸਲੇ ਨੇ ਤੇ ਆਪਾਂ ਨੂੰ ਇਹ ਮਸਲਾ ਉਛਾਲਣਾ ਨਹੀਂ ਚਾਹੀਦਾ। ਫਿਰ ਕਾਜੀ ਆਉਂਦਾ ਹੈ। ਕਾਜੀ ਪੁੱਛਦਾ ਕਿ ਕੀ ਗੱਲ ਹੋਈ ਆ, ਕੀ ਮਸਲਾ ਹੈ। ਤਾਂ ਉਸਦੇ ਸਾਲੇ ਕਹਿੰਦੇ ਨੇ ਕਿ ਅਸੀਂ ਫਿਰੋਜ਼ ਨੂੰ ਇੱਕ ਬਾਗ ਦਿੱਤਾ ਸੀ, ਇਸਨੇ ਬਾਗ ਦਾ ਧਿਆਨ ਵੀ ਰੱਖਿਆ, ਬੜੇ ਪਿਆਰ ਨਾਲ ਰੱਖਿਆ, ਉਸਨੂੰ ਪਾਣੀ ਵੀ ਦਿੰਦਾ ਰਿਹਾ, ਇੰਨੀ ਉਸਦੀ ਦੇਖਭਾਲ ਕੀਤੀ ਕਿ ਕੋਈ ਹੋਰ ਨਹੀਂ ਸੀ ਕਰ ਸਕਦਾ। ਪਰ ਅਚਾਨਕ ਇਹ ਉਹ ਬਾਗ ਨੂੰ ਛੱਡ ਕੇ ਉੱਥੋਂ ਚਲਿਆ ਗਿਆ, ਵਾਪਸ ਪਰਤ ਨਹੀਂ ਆ ਰਿਹਾ, ਉਸਦਾ ਧਿਆਨ ਨਹੀਂ ਦੇ ਰਿਹਾ। ਇਸ ਨੂੰ ਪੁੱਛੋ ਕੀ ਕਾਰਨ ਹੈ। ਤਾਂ ਉਸਨੇ ਪਹਿਲਾਂ ਪੁੱਛਿਆ ਕਿ ਭਾਈ ਫਿਰੋਜ਼, ਤੂੰ ਬਾਗ ਦਾ ਕੋਈ ਨੁਕਸਾਨ ਤਾਂ ਨਹੀਂ ਕੀਤਾ। ਕਹਿੰਦਾ ਨਹੀਂ ਜੀ, ਮੈਂ ਬੜੇ ਪਿਆਰ ਨਾਲ ਰੱਖਿਆ। ਤੇ ਕਹਿੰਦੇ ਫਿਰ ਕੀ ਗੱਲ, ਤੂੰ ਵਾਪਸ ਕਿਉਂ ਨਹੀਂ ਪਰਤ ਰਿਹਾ ਬਾਗ ਵਿੱਚ। ਤਾਂ ਫਿਰੋਜ਼ ਜੋ ਜ਼ਹੀਨ ਸੀ, ਦਾਨਿਸ਼ਮੰਦ ਸੀ, ਉਹ ਕਹਿੰਦਾ ਕਿ ਦੇਖੋ, ਮੈਂ ਇੱਕ ਦਿਨ ਆਪਦੇ ਬਾਗ ਵਿੱਚ ਆਇਆ ਤਾਂ ਮੈਂ ਉੱਥੇ ਸ਼ੇਰ ਦੇ ਪੰਜੇ ਦੇਖ ਲਏ। ਮੈਂ ਸ਼ੇਰ ਦੇ ਪੰਜੇ ਦੇਖ ਲਏ ਤਾਂ ਮੈਨੂੰ ਡਰ ਲੱਗਿਆ ਕਿ ਮੈਂ ਹੁਣ ਮਰ ਜਾਵਾਂਗਾ, ਮੈਂ ਮਿਟ ਜਾਵਾਂਗਾ, ਮੈਨੂੰ ਸ਼ੇਰ ਖਤਮ ਕਰ ਦੇਵੇਗਾ। ਤਾਂ ਕੋਲ ਬੈਠਾ ਰਾਜਾ ਸਾਰੀ ਗੱਲ ਸਮਝ ਗਿਆ ਕਿ ਇਹ ਕਿਸ ਗੱਲ ਦਾ ਜ਼ਿਕਰ ਹੋ ਰਿਹਾ ਹੈ। ਤਾਂ ਉਹ ਆਪਦੀ ਜਿਸ ਕੁਰਸੀ ਤੇ ਬੈਠਾ ਉੱਥੋਂ ਉੱਠ ਕੇ ਉਹ ਥੱਲੇ ਬੈਠ ਜਾਂਦਾ ਹੈ। ਇੰਨੇ ਪਿਆਰ ਨਾਲ ਉਹ ਉਸ ਨੂੰ ਗਲਵਕੜੀ ਵਿੱਚ ਲੈ ਲੈਂਦਾ ਹੈ ਆਪਦੇ ਵਜ਼ੀਰ ਨੂੰ। ਉਹ ਕਹਿੰਦਾ ਉਹ ਸ਼ੇਰ ਗਲਤ ਹੋ ਸਕਦਾ ਹੈ, ਪਰ ਉਹ ਜਿਸ ਬਾਗ ਦੇ ਵਿੱਚ ਆਇਆ ਸੀ, ਨਾ ਤਾਂ ਉਹ ਉੱਥੇ ਕੋਈ ਫੁੱਲ ਤੋੜ ਸਕਿਆ, ਨਾ ਫਲ ਤੋੜ ਸਕਿਆ। ਉਹ ਕਿਸੇ ਵੀ ਚੀਜ਼ ਤੋਂ ਵਾਂਝਾ ਹੋ ਕੇ, ਮਾਯੂਸ ਹੋ ਕੇ ਵਾਪਸ ਪਰਤ ਗਿਆ। ਤੇ ਨਾਲ ਦੀ ਨਾਲ ਉਸ ਸ਼ੇਰ ਨੇ ਤੌਬਾ ਕਰ ਲਈ ਕਿ ਇਹਨੇ ਭੈੜੇ ਕੰਮਾਂ ਵਿੱਚੋਂ, ਇਹ ਗੰਦੇ ਕੰਮਾਂ ਦੇ ਵਿੱਚੋਂ ਉੱਠ ਕੇ, ਇਹਨਾਂ ਚੀਜ਼ਾਂ ਤੋਂ ਪਾਸੇ ਹੋ ਕੇ ਉਹ ਹੁਣ ਪਰਜਾ ਬਾਰੇ ਸੋਚੇਗਾ, ਉਹ ਲੋਕਾਂ ਬਾਰੇ ਸੋਚੇਗਾ, ਲੋਕਾਂ ਨੂੰ ਧਰਮ ਨਾਲ ਵੀ ਜੋੜੇਗਾ। ਉਸਨੇ ਆਪਦੇ ਕੰਨਾਂ ਨੂੰ ਹੱਥ ਲਾਏ ਤੇ ਕਾਜੀ ਨੂੰ ਸਮਝ ਨਹੀਂ ਆਈ ਕਿ ਐਡਾ ਰਾਜਾ ਕੰਨਾਂ ਨੂੰ ਹੱਥ ਕਿਉਂ ਲਾ ਰਿਹਾ। ਇੰਨੀ ਗੱਲ ਕਹਿ ਕੇ ਉਸਨੇ ਫਿਰੋਜ਼ ਨੂੰ ਵਾਸਤਾ ਪਾਇਆ ਕਿ ਬਾਗ ਦਾ ਕੋਈ ਕਸੂਰ ਨਹੀਂ, ਕਸੂਰ ਸਾਰਾ ਸ਼ੇਰ ਦਾ ਸੀ, ਪਰ ਮੈਂ ਇੰਨੀ ਮਜ਼ਬੂਤ ਵਾੜ ਕਦੀ ਕਿਸੇ ਬਾਗ ਨੂੰ ਲੱਗੀ ਨਹੀਂ ਦੇਖੀ। ਤੇਰਾ ਬਾਗ ਬਹੁਤ ਕੀਮਤੀ ਹੈ ਤੇ ਬਹੁਤ ਕੀਮਤੀ ਰਹੇਗਾ। ਫਿਰੋਜ਼ ਨੂੰ ਆਪਦੀ ਗਲਤੀ ਵੀ ਪਤਾ ਲੱਗ ਗਈ ਤੇ ਨਾਲ ਦੀ ਨਾਲ ਉਹ ਰਾਜੇ ਦੀ ਗੱਲਬਾਤ ਤੋਂ ਸਮਝ ਗਿਆ ਕਿ ਮੈਂ ਕਿੰਨੀ ਵੱਡੀ ਗਲਤੀ ਕਰ ਲਈ ਹੈ, ਮੈਂ ਕਿਸੇ ਤੇ ਸ਼ੱਕ ਕੀਤਾ ਹੈ। ਤੇ ਉਹ ਉੱਥੋਂ ਵਾਪਸ ਪਰਤ ਗਏ। ਵਾਪਸ ਜਾ ਕੇ ਉਸਨੇ ਆਪਣੀ ਘਰਵਾਲੀ ਨੂੰ ਉਸਦੇ ਪੇਕੇ ਪਿੰਡ ਤੋਂ ਲਿਆ ਤੇ ਆਪਦੇ ਘਰ ਵਾਪਸ ਜਾ ਕੇ ਖੁਸ਼ੀ-ਖੁਸ਼ੀ ਰਹਿਣ ਲੱਗਿਆ। ਸੋ ਇਸ ਕਹਾਣੀ ਤੋਂ ਹੁਣ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ? ਆਪਾਂ ਨੂੰ ਸਿੱਖਿਆ ਇਹ ਮਿਲਦੀ ਹੈ ਕਿ ਕਦੇ ਵੀ ਸਾਰੀ ਗੱਲ ਦੀ ਜਾਂਚ ਪੜਤਾਲ ਕੀਤੇ ਬਿਨਾਂ ਆਪਣੇ ਪਿਆਰੇ ਤੇ ਆਪਣੇ ਨਜ਼ਦੀਕੀ ਤੇ ਸ਼ੱਕ ਨਾ ਕਰੋ। ਤੇ ਦੂਜੀ ਵੱਡੀ ਸਿੱਖਿਆ ਆਪਾਂ ਨੂੰ ਇਹ ਮਿਲਦੀ ਹੈ ਕਿ ਕਦੇ ਵੀ ਪਰਿਵਾਰਕ ਮਸਲੇ ਨੂੰ ਲੋਕਾਂ ਦੇ ਵਿੱਚ ਨਾ ਲੈ ਕੇ ਜਾਓ। ਪਰਿਵਾਰਕ ਮਸਲਾ ਤਰੀਕੇ ਨਾਲ, ਢੰਗ ਨਾਲ ਆਪ ਹੀ ਸੁਲਝਾ ਲਓ। ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ।